ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦੀ ਸਰਕਾਰ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਆਦੇਸ਼ ਕਰੇ ਕਿ ਤੁਸੀਂ ਮੇਰੇ ਘਰ ਆਓ ਤੇ ਮੈਂ ਤੁਹਾਨੂੰ ਦੱਸਣਾ ਵੀ ਤੁਸੀਂ ਹੁਕਮਨਾਮਾ ਕਿਹੜਾ ਜਾਰੀ ਕਰਨਾ ਹੈ। ਵਿੱਚ ਇੱਕ ਥੱਪੜ ਮਾਰ ਦੇਗਾ, ਦੋ ਮਾਰ ਦੇਗਾ, ਦੋ ਚਾਰ ਠੁੱਡੇ ਮਾਰ ਦੇਗਾ, ਕੋਈ ਮਤਲਬ ਕਤਲ ਕਰਨ ਤੱਕ ਪਬਲਿਕ ਜਿਹੜੀ ਜਾਂਦੀ ਹੈ ਪ੍ਰਕਰਮਾਂ ਦੇ ਅੰਦਰ, ਉਹਦੀ ਬੜੀ ਮਤਲਬ ਗੱਲ ਉਤਰ ਨਹੀਂ ਰਹੀ ਗਲੇ ਦੇ ਵਿੱਚ, ਤੇ ਕਿ ਉਹਨੂੰ ਪੁੱਛ ਹੀ ਨਹੀਂ ਰਿਹਾ ਕੋਈ ਕਿ ਵੀ ਤੂੰ ਕੌਣ ਹੈ, ਤੇਰਾ ਕੀ ਨਾਮ ਹੈ, ਤੂੰ ਕਿੱਥੋਂ ਆਇਆ, ਇਹ ਵੀ ਨਹੀਂ ਕੋਈ ਉਹਨੂੰ ਪੁੱਛ ਰਿਹਾ। ਉਹਨੂੰ ਸਿੱਧਾ ਮਾਰ ਹੀ ਮੁਕਾਤਾ ਗਿਆ। ਸਾਰਾ ਇਹ ਜਿਹੜਾ ਐਵੀਡੈਂਸ ਸੀ ਉਹਦੇ ਨਾਲ ਹੀ ਖਤਮ ਹੋ ਗਿਆ। ਤੇ ਇਹਦੇ ਵਿੱਚ ਦਰਬਾਰ ਸਾਹਿਬ ਦਾ ਮੈਨੇਜਰ ਜਿਹੜਾ ਹੈਗਾ ਉਹ ਬਿਲਕੁਲ ਸ਼ੱਕ ਦੇ ਘੇਰੇ ਦੇ ਵਿੱਚ ਹੈ। ਜੇਕਰ ਉੱਥੇ ਸੁਚੱਜਾ ਪ੍ਰਬੰਧ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਕਿ ਤੂੰ ਇੱਥੇ ਕੀ ਕਰ ਰਿਹਾ ਹੈ, ਤੇਰੇ ਹੁੰਦੇ ਹੋਏ ਤੇਰੇ ਜਿਹੜੇ ਮੁਲਾਜ਼ਮ ਹੈਗੇ ਆ ਉਹ ਕੀ ਕਰ ਰਹੇ ਸੀਗੇ। ਸਾਹਿਬ ਦੀ ਕਿਸੇ ਵਿਅਕਤੀ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ, ਚਾਹੇ ਉਹ ਰੁਮਾਲਾ ਸਾਹਿਬ ਪਾੜਿਆ ਜਾਂਦਾ ਜਾਂ ਅੰਗ ਪਾੜੇ ਜਾਂਦੇ ਨੇ, ਕੁਛ ਵੀ ਕੀਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਜਦੋਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਵੱਲੋਂ, ਤਾਂ ਐਂਡ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੰਦ ਬੁੱਧੀ ਸੀਗਾ, ਕੋਈ ਨਾ ਕੋਈ ਉਹਦਾ ਸਰਟੀਫਿਕੇਟ ਤਿਆਰ ਕਰ ਦਿੱਤਾ ਜਾਏ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਇਤਿਹਾਸਿਕ ਅਦਾਰੇ ਹੈਗੇ ਆ, ਉਹ ਇੱਕ ਕਿਸਮ ਦੇ ਬਾਦਲ ਪਰਿਵਾਰ ਨੇ ਨਿੱਜੀ ਜਾਇਦਾਦ ਆਪਣੀ ਬਣਾਈ ਹੋਈ ਆ। ਉੱਥੇ ਕਿਸੇ ਨੂੰ ਉਹ ਪ੍ਰੋਗਰਾਮ ਕਰਨ ਦੀ, ਉੱਥੇ ਇਕੱਠ ਕਰਨ ਦੀ ਇਜਾਜ਼ਤ ਹੀ ਨਹੀਂ ਦੇਖੀ ਹੀ ਹੈ ਕਿ ਪਹਿਲਾਂ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਿੱਦਾਂ ਉਹਨਾਂ ਨੇ ਜਾ ਕੇ ਜਦੋਂ ਸਟੇਜ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਡੇ ਇਕੱਠ ਦੇ ਵਿੱਚ, ਤੇ ਉਹ ਕਿਸ ਤਰੀਕੇ ਦੇ ਨਾਲ ਦਸਤਾਰਾਂ ਉੱਤੇ ਇਤਨੀ ਚਾਬੀ ਭਰੀ ਰਾਮ ਨੇ ਉਤਨਾ ਚਲੇ ਖਿਲਾਉਣਾ ਵਾਲਾ ਜਿਹੜਾ ਗੱਲ ਹੈ, ਉਹ ਜਥੇਦਾਰਾਂ ਦੀ ਹਾਲਤ ਬਣੀ ਹੋਈ ਹੈ। ਤੇ ਬੜੀ ਤਰਾਸਦੀ ਭਰੇ ਮਾਹੌਲ ਦੇ ਵਿੱਚੋਂ ਜਿਹੜੀ ਹੈ ਸਿੱਖ ਜਗਤ ਨਿਕਲ ਰਿਹਾ, ਤੇ ਕਿੱਧਰ ਜਾਏਗਾ ਪੰਥ, ਇਹ ਆਉਣ ਵਾਲਾ ਸਮਾਂ ਦੱਸੇ। ਸਿੰਘ ਧਾਮੀ ਨੂੰ ਨਹੀਂ ਦਿੱਤੀ ਉਹਨਾਂ ਨੇ ਪ੍ਰਧਾਨਗੀ, ਉਹ ਪ੍ਰਧਾਨਗੀ ਉਹਨਾਂ ਨੇ ਦਿੱਤੀ ਹੈ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ। ਇਹ ਆਪਣਾ ਨਿਹੰਗ ਮੁਖੀ ਜਿਹੜੇ ਸੀਗੇ ਸੰਤਾ ਸਿੰਘ ਬੁੱਢਾ ਦਲ ਦੇ, ਉਹਨਾਂ ਨੂੰ ਇਹ ਕਾਰ ਸੇਵਾ ਦਿੱਤੀ, ਤੇ ਸੰਤਾ ਸਿੰਘ ਨੇ ਸਰਕਾਰ ਦੇ ਨਾਲ ਰਲ ਕੇ ਉਹਦੀ ਕਾਰ ਸੇਵਾ ਕੀਤੀ। ਤੇ ਜਿਹੜੇ 5 ਸਿੰਘਾਂ ਨੇ ਉਸ ਕਾਰ ਸੇਵਾ ਦੀ ਆਰੰਭਤਾ ਲਈ ਟੱਪ ਲਾਇਆ, ਉਹਦੇ ਵਿੱਚ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਇੱਕ ਸੀਗੇ। ਤੇ ਉਸ ਦੀ ਜਿਹੜੀ ਅਦਾਇਗੀ ਹੈ ਉਹ ਅੱਜ ਸੁਖਬੀਰ ਬਾਦਲ ਨੇ ਉਹਨਾਂ ਦੀ ਜਥੇਬੰਦੀ ਨੂੰ ਦਿੱਤੀ ਹੈ। ਪੰਥ ਦਾ ਖਤਰਾ ਕੋਈ ਦੂਰ ਨਹੀਂ ਕਰ ਸਕਦਾ, ਨਾ ਸੁਖਬੀਰ ਬਾਦਲ ਦੂਰ ਕਰ ਸਕਦਾ, ਨਾ ਪ੍ਰਕਾਸ਼ ਸਿੰਘ ਬਾਦਲ ਦੂਰ ਕਰ ਸਕਦਾ, ਨਾ ਚਰਨਜੀਤ ਸਿੰਘ ਚੰਨੀ ਦੂਰ ਕਰ ਸਕਦਾ, ਨਾ ਕੇਜਰੀਵਾਲ ਕਰ ਸਕਦਾ। ਪੰਥ ਦਾ ਖਤਰਾ ਪੰਥ ਨੇ ਆਪੇ ਹੀ ਦੂਰ ਕਰ ਲੈਣਾ। ਪਰ ਪੰਥ ਦੇ ਹਿਤੈਸ਼ੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੁੱਦੇ ਤੋਂ ਉੱਪਰ ਉੱਠ ਕੇ ਤੁਸੀਂ ਵੋਟ ਪਾਣੀ ਹੈ। ਬੀ ਮੀਡੀਆ 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਜਰ ਸਿੰਘ ਪੰਜਾਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ 2022 ਦੇ ਵਿੱਚ ਹੋਣ ਵਾਲੀਆਂ ਨੇ। ਸੋ ਇਸ ਮੁੱਦੇ ਨੂੰ ਦੇਖਦੇ ਹੋਏ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਮੰਗਿਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਸਾਲ 2015 ਤੋਂ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ, ਜੋ ਕਿ ਹਜੇ ਤੱਕ ਵੀ ਠੱਲਣ ਦਾ ਨਾਮ ਨਹੀਂ ਲੈ ਰਹੀਆਂ। ਤੇ ਹੁਣ ਚੋਣਾਂ ਨੂੰ ਵੇਖਦੇ ਹੋਏ ਹਰ ਸਿਆਸੀ ਪਾਰਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕਰਦੀ ਹੈ, ਪਰ ਕਿਸੇ ਪਾਸੇ ਵੀ ਕੋਈ ਗੱਲ ਨਜ਼ਰ ਨਹੀਂ ਆ ਰਹੀ, ਕੋਈ ਇਨਸਾਫ ਨਜ਼ਰ ਨਹੀਂ ਆ ਰਿਹਾ। ਸੋ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਸਰਦਾਰ ਅਮਰਿੰਦਰ ਸਿੰਘ ਜੀ ਨਾਲ, ਜੋ ਸਾਡੇ ਨਾਲ ਇਸ ਵਕਤ ਮੌਜੂਦ ਨੇ। ਸਰਦਾਰ ਅਮਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦਾ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਿੰਦਰ ਸਿੰਘ ਜੀ, ਤੁਸੀਂ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਿ ਪੰਥ ਦੇ ਨਾਲ ਜੁੜੇ ਹੋਏ ਹੋ, ਤੁਸੀਂ ਸਿਆਸੀ ਧਿਰਾਂ ਦੇ ਨਾਲ ਵੀ ਜਿਹੜਾ ਕਿ ਰਾਬਤਾ ਰੱਖਦੇ ਹੋ। ਸੋ ਸਾਲ 2015 ਤੋਂ ਲੈ ਕੇ ਅੱਜ ਤੱਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ, ਉਹ ਕਿਤੇ ਵੀ ਠੱਲਣ ਦਾ ਨਾਮ ਨਹੀਂ ਲੈ ਰਹੀਆਂ। ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਸੀ, ਉਸ ਸਮੇਂ ਪੰਜਾਬ ਦੇ ਵਿੱਚ ਬਾਦਲ ਪਰਿਵਾਰ ਜਿਹੜਾ ਕਿ ਸਥਾਪਿਤ ਸੀਗਾ। ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਪਾਰਟੀ ਸੀ ਉਹ ਸੱਤਾ ਦੇ ਵਿੱਚ ਸੀ। ਮੁੱਖ ਮੰਤਰੀ ਪੰਜਾਬ ਦੇ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਸੋ ਉਸ ਸਮੇਂ ਜਿਹੜੇ ਲੋਕ ਇਨਸਾਫ ਮੰਗਦੇ ਸੀ, ਉਹਨਾਂ ਦੇ ਉੱਪਰ ਡਾਂਗਾ ਵਰਸਾਈਆਂ ਗਈਆਂ, ਗੋਲੀਆਂ ਚੱਲੀਆਂ, ਮਾਰੇ ਕਈ ਸ਼ਹੀਦ ਹੋ ਗਏ ਅਤੇ ਕਈ ਜ਼ਖਮੀ ਹੋ ਗਏ ਸਨ। ਪਰ ਅੱਜ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਨੇ, ਸਾਰੀਆਂ ਸਿਆਸੀ ਪਾਰਟੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਦੀ ਗੱਲ ਕਰਦੀਆਂ ਨੇ ਵੀ ਇਨਸਾਫ ਹੋਣਾ ਚਾਹੀਦਾ ਹੈ। ਸੋ ਅੱਜ ਜਿਹੜੀ ਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਇੱਕ ਵੱਡੇ ਪੱਧਰ 'ਤੇ
ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਦੇ ਉੱਪਰ ਇਹ ਪੰਥਕ ਇਕੱਠ ਕੀਤਾ ਗਿਆ। ਸੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕੀ ਨਜ਼ਰੀਆ ਹੈ ਤੁਹਾਡਾ? ਮੇਜਰ ਸਿੰਘ ਜੀ, ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਬਈ 2015 ਤੋਂ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਜਿਹੜਾ ਦੌਰ, ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਜਿਹੜਾ ਅੱਜ ਤੱਕ ਵੀ ਜਿਸ 'ਤੇ ਠੱਲ ਪੈਂਦੀ ਦਿਖ ਨਹੀਂ ਰਹੀ ਹੈ, ਮੈਂ ਇਸ ਨੂੰ 2015 ਦੀ ਜਿਹੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਸੀ ਉਹਦਾ ਥੋੜ੍ਹਾ ਜਿਹਾ ਪਿਛੋਕੜ ਨਾਲ ਉਹਨੂੰ ਮੈਂ ਦੇਖਦਾ ਕਿ ਬਈ ਉਹ ਅਚਨਚੇਤ ਨਹੀਂ ਹੋਈ ਉਹ ਬੇਅਦਬੀ ਜਿਹੜੀ ਸੀਗੀ। ਉਸ ਤੋਂ ਪਹਿਲਾਂ ਮੈਂ ਸਮਝਦਾ ਕਿ ਬਈ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਜੇ ਆਪਾਂ ਇਤਿਹਾਸ ਦੇਖਦੇ ਹਾਂ 100 ਸਾਲਾਂ ਦਾ, ਤੇ ਇੰਨੀ ਗਿਰਾਵਟ ਅਕਾਲੀ ਕਦਰਾਂ ਕੀਮਤਾਂ ਦੇ ਵਿੱਚ 2015 ਤੋਂ ਪਹਿਲਾਂ ਸ਼ਾਇਦ ਸਾਨੂੰ ਦੇਖਣ ਨੂੰ ਨਹੀਂ ਇਤਿਹਾਸ ਦੇ ਵਿੱਚ ਮਿਲਦੀ ਕਿ ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਦੀ ਸਰਕਾਰ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨੂੰ ਆਦੇਸ਼ ਕਰੇ ਕਿ ਤੁਸੀਂ ਮੇਰੇ ਘਰ ਆਓ ਤੇ ਮੈਂ ਤੁਹਾਨੂੰ ਦੱਸਣਾ ਵੀ ਤੁਸੀਂ ਹੁਕਮਨਾਮਾ ਕਿਹੜਾ ਜਾਰੀ ਕਰਨਾ ਹੈ। ਮੇਰਾ ਭਾਵ ਕਿ ਸਰਸੇ ਵਾਲੇ ਜਿਹੜੇ ਬਾਬੇ ਦਾ ਹੁਕਮਨਾਮਾ ਜਾਰੀ ਕੀਤਾ ਗਿਆ, ਉਹਨੂੰ ਮਾਫੀ ਦਿੱਤੀ ਗਈ, ਪੰਥ ਦੇ ਵਿੱਚ ਵਾਪਸ ਉਹਨੂੰ ਸ਼ਾਮਲ ਕੀਤਾ ਗਿਆ, ਉਹ ਸਾਰਾ ਐਪੀਸੋਡ ਜਿਹੜਾ ਹੈਗਾ ਉਹ ਬੜਾ ਹੀ ਮਤਲਬ ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਨੀਵੇਂ ਪੱਧਰ 'ਤੇ ਅਕਾਲੀ ਦਲ ਨੂੰ ਦਰਸਾਉਂਦਾ ਹੈ। ਅਤੇ ਉਹਦੇ ਵਿੱਚ ਫਿਰ ਜਥੇਦਾਰ ਸਾਹਿਬਾਨ ਦੇ ਵਿੱਚੋਂ ਵੀ ਇੱਕ ਦੋ ਜਥੇਦਾਰ ਬਾਅਦ ਦੇ ਵਿੱਚ ਬੋਲੇ, ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਮੀਡੀਆ ਦੇ ਵਿੱਚ ਆ ਕੇ ਕਿ ਇੱਦਾਂ ਸਾਨੂੰ ਵਰਤਿਆ ਗਿਆ। ਉਸ ਪਿਛੋਕੜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਤਕਰੀਬਨ 1 ਕਰੋੜ ਰੁਪਇਆ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹਾਰਾਜ ਦੀ ਜਿਹੜੀ ਭੇਟਾ ਆਮ ਸਿੱਖ ਜਿਹੜਾ ਚੜ੍ਹਾਉਂਦਾ ਹੈ, ਸ਼ਰਧਾਲੂ ਸਿੱਖ, ਗੁਰੂ ਰਾਮਦਾਸ ਜੀ ਦੀ ਗੋਲਕ ਦੇ ਵਿੱਚੋਂ 1 ਕਰੋੜ ਰੁਪਏ ਦੇ ਇਸ਼ਤਿਹਾਰ ਲਾਏ ਗਏ ਕਿ ਉਹਨੂੰ ਜਸਟੀਫਾਈ ਕੀਤਾ ਜਾਵੇ ਕਿ ਬਈ ਜਿਹੜਾ ਜਥੇਦਾਰਾਂ ਤੋਂ ਅਸੀਂ ਹੁਕਮਨਾਮਾ ਕਰਾਇਆ ਸਰਸੇ ਵਾਲੇ ਨੂੰ ਮਾਫੀ ਦੇਣ ਦਾ, ਬਿਨਾਂ ਮੰਗੀ ਮਾਫੀ ਦੇਣ ਦਾ, ਉਸ ਨੂੰ ਜਸਟੀਫਾਈ ਕਰਨ ਲਈ ਕਰੋੜ ਰੁਪਇਆ ਗੋਲਕ ਦੇ ਵਿੱਚੋਂ ਜਦੋਂ ਖਰਚਿਆ ਗਿਆ ਅਤੇ ਉਹਦੇ ਵਿੱਚ ਫਿਰ ਸਿੱਖ ਸੰਗਤਾਂ ਨੇ ਜਾਂ ਪੋਲੀਟੀਕਲ ਜਿਹੜੇ ਅਪੋਨੈਂਟ ਸੀਗੇ ਅਕਾਲੀ ਦਲ ਦੇ, ਉਹਨਾਂ ਨੇ ਸ਼ੋਰ ਮਚਾਇਆ ਕਿ ਬਈ ਗੁਰਦੁਆਰਾ ਸਾਹਿਬ ਦੀ ਜਿਹੜੀ ਧਨ ਹੈ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਸਾਰੇ ਪਿਛੋਕੜ ਦੇ ਵਿੱਚ ਇਹ ਬੇਅਦਬੀ ਪੋਸਟਰ ਲਗਾ ਕੇ ਕੀਤੀ ਗਈ। ਸਭ ਤੋਂ ਵੱਡੀ ਗੱਲ ਹੈ ਕਿ ਵੀ ਉਹ ਮਤਲਬ ਇੱਦਾਂ ਲੁਕਵੀਂ ਬੇਅਦਬੀ ਨਹੀਂ ਸੀ, ਪਹਿਲਾਂ ਉਹਦੇ ਪੋਸਟਰ ਲਾਏ ਗਏ ਕਿ ਅਸੀਂ ਤੁਹਾਡਾ ਗੁਰੂ ਜਿਹੜਾ ਹੈਗਾ ਉਹ ਚੱਕ ਲੈਣਾ, ਅਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਮਹਾਰਾਜ ਦੀ ਜਿਹੜਾ ਉੱਥੋਂ ਉਹਨਾਂ ਨੂੰ ਬੀੜ ਲੈ ਕੇ ਵੀ ਗਏ ਗੁਰੂ ਗ੍ਰੰਥ ਸਾਹਿਬ ਦੀ, ਉਹਦੀ ਬੇਪੱਤੀ ਵੀ ਕੀਤੀ ਅਤੇ ਰੂੜੀਆਂ ਦੇ ਉੱਪਰ ਵੀ ਗੇਰਿਆ, ਸਭ ਕੁਝ ਪੋਸਟਰ ਲਾ ਕੇ ਕੀਤਾ। ਅਤੇ ਉਹਨਾਂ ਉਸ ਦੌਰ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਹ ਆਮ ਤੌਰ 'ਤੇ ਕਹਿੰਦੇ ਸੀ ਕਿ ਮੇਰੀ ਸਰਕਾਰ ਨੂੰ ਤਾਂ ਧਰਤੀ 'ਤੇ ਚੱਲਦੀ ਕੀੜੀ ਵੀ ਦਿਖਦੀ ਹੈ। ਅਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਬਈ ਉਹ ਪੰਥਕ ਭਾਵਨਾਵਾਂ ਨਾਲ ਲੋਕਾਂ ਨੇ ਸਰਮੌਰ ਹੋ ਕੇ ਪੰਥਕ ਭਾਵਨਾਵਾਂ ਦੇ ਵੇਗ ਦੇ ਵਿੱਚ ਆ ਕੇ ਉਸ ਸਮੇਂ ਇਹਨਾਂ ਨੂੰ ਵੋਟਾਂ ਪਾਈਆਂ, ਅਤੇ ਮੈਂ ਵੀ ਉਹਨਾਂ ਦੇ ਨਾਲ ਹੀ ਸੀ ਉਦੋਂ। ਮੈਂ ਕਹਾਂ ਕਿ ਵੀ ਅਸੀਂ ਵੀ ਉਹਨਾਂ ਦੀ ਬਹੁਤ ਨਾਅਰੇ ਮਾਰਦੇ ਸੀ ਕਿ ਬਈ ਇਹ ਬੜੇ ਪੰਥਕ ਹੈ, ਇਹਨਾਂ ਨੂੰ ਵੋਟ ਪਾਓ, ਅਤੇ ਉਹਨਾਂ ਦੀ ਸਰਕਾਰ ਅਸੀਂ ਬਣਵਾਈ। ਅਤੇ ਅਖੀਰ ਦੇ ਵਿੱਚ ਜਦੋਂ ਉਸ ਬੇਅਦਬੀ ਦਾ ਰੋਸ ਪ੍ਰਗਟ ਕਰਨ ਲਈ ਸਿੱਖਾਂ ਦੇ ਵਿੱਚ ਰੋਹ ਦੀ ਲਹਿਰ ਚੱਲੀ ਅਤੇ ਸਰਕਾਰ ਨੇ ਉਹਨਾਂ 'ਤੇ ਗੋਲੀ ਵਰ੍ਹਾਈ। ਗੋਲੀ ਦੇ ਵਿੱਚ 2 ਬੰਦੇ ਜ਼ਖਮੀ ਹੋਏ। ਖਾਲੀ ਗੋਲੀ ਨਹੀਂ ਵਰ੍ਹਾਈ, ਮਤਲਬ ਗਿਰਾਵਟ ਦੀ ਹੱਦ ਇੱਥੋਂ ਤੱਕ ਹੈ ਕਿ ਜਿਹੜਾ ਉਹਨਾਂ ਦੇ ਉੱਪਰ ਪਹਿਲਾਂ ਵਾਟਰ ਕੈਨਨ ਯੂਜ਼ ਕੀਤਾ ਗਿਆ। ਵਾਟਰ ਕੈਨਨ ਦੇ ਵਿੱਚ 5 ਦਰਿਆਵਾਂ ਦੀ ਧਰਤੀ ਹੋਵੇ ਅਤੇ ਪੰਥ ਦੀ ਸਰਕਾਰ ਹੋਵੇ, ਉਹਨਾਂ ਨੂੰ ਸਾਫ਼ ਪਾਣੀ ਵੀ ਨਾ ਲੱਭਿਆ ਸਿੱਖਾਂ ਦੇ ਉੱਪਰ ਗੇਰਨ ਲਈ। ਉਹਨਾਂ ਨੇ ਗੰਦਾ ਪਾਣੀ ਉਹਦੇ ਵਿੱਚ ਵਾਟਰ ਕੈਨਨ ਦੇ ਵਿੱਚ ਭਰ ਕੇ ਅਤੇ ਗੰਦੇ ਪਾਣੀ ਦੀਆਂ ਬੁਛਾੜਾਂ ਸਿੱਖਾਂ 'ਤੇ ਕੀਤੀਆਂ ਗਈਆਂ। ਇਸ ਹਾਲਾਤ ਦੇ ਵਿੱਚ ਉਦੋਂ ਮਤਲਬ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹ ਲਿਖਿਆ ਗਿਆ ਹੈ, ਅਤੇ ਉਹਦੇ ਵਿੱਚੋਂ ਬੇਅਦਬੀਆਂ ਨਿਕਲੀਆਂ। ਬੇਅਦਬੀਆਂ ਦਾ ਦੌਰ ਐਸਾ ਚੱਲਿਆ ਕਿ ਉਹ ਹੁਣ ਤੱਕ ਜਿਹੜਾ ਹੈਗਾ ਠੱਲਣ ਦਾ ਨਾਮ ਨਹੀਂ ਲੈ ਰਿਹਾ। ਉਸ ਤੋਂ ਉਪਰੰਤ ਫਿਰ ਅਸੀਂ ਦੇਖਦੇ ਹਾਂ ਕਿ ਕਾਂਗਰਸ ਦੇ ਉਸ ਵੇਲੇ ਦੇ ਜਿਹੜੇ ਲੀਡਰ ਸੀਗੇ ਕੈਪਟਨ ਅਮਰਿੰਦਰ ਸਿੰਘ, ਉਹ ਗੁਟਕਾ ਸਾਹਿਬ ਦੀ ਸਹੁੰ ਖਾਂਦੇ ਆ, ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਮੈਨੂੰ ਇੱਕ ਮੌਕਾ ਦਿਓ, ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਬੇਅਦਬੀ ਦੇ ਜਿਹੜੇ ਦੋਸ਼ੀ ਹੈਗੇ ਆ ਉਹ ਸਾਹਮਣੇ ਲਿਆ ਦਾਂਗਾ। ਅਤੇ ਬੇਅਦਬੀ ਦੇ ਨਾਲ ਉਹਨਾਂ ਨੇ ਚਿੱਟੇ ਦੀ ਗੱਲ ਵੀ ਕੀਤੀ ਕਿ ਜਿਹੜੇ ਨਸ਼ੇ ਦੇ ਤਸਕਰ ਆ ਉਹਨਾਂ ਨੂੰ ਵੀ ਮੈਨੂੰ 4 ਹਫ਼ਤੇ ਦਾ ਮੌਕਾ ਤੁਸੀਂ ਦਿਓ। ਅਤੇ ਪੰਜਾਬ ਦੇ ਲੋਕਾਂ ਨੇ ਇੱਕ ਵਾਰੀ ਉਹਨਾਂ 'ਤੇ ਵਿਸ਼ਵਾਸ ਕੀਤਾ ਅਤੇ ਉਹਨਾਂ ਨੂੰ ਵੀ ਮੌਕਾ ਦਿੱਤਾ। ਅਤੇ ਅਸੀਂ ਦੇਖਿਆ ਹੀ ਹੈ ਕਿ ਵੀ 4.5 ਸਾਲ ਉਹ ਹੁਣ ਇਹ ਐਂ ਲੱਗਦਾ ਇਤਿਹਾਸਿਕ ਉਹ ਪਿਛੋਕੜ ਨਾਲ ਜਦੋਂ ਦੇਖਦੇ ਹਾਂ ਕਿ ਆਪਣਾ ਜਿਹੜਾ ਮਜੀਠੀਆ ਦਾ ਜਿਹੜਾ ਕੇਸ ਹੈ ਚਿੱਟੇ ਵਾਲਾ, ਉਸ ਨੂੰ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਹੀ ਉਹ ਪ੍ਰੋਟੈਕਟ ਹੁੰਦਾ ਰਿਹਾ, ਕਿਉਂਕਿ ਜਦੋਂ ਹੁਣ ਸਰਕਾਰ ਬਦਲੀ ਇਸੇ ਮੁੱਦੇ 'ਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ, ਉਹਨਾਂ ਦੇ ਕੋਲੋਂ ਗੱਦੀ ਗਈ ਅਤੇ ਨਵੀਂ ਸਰਕਾਰ ਆਈ ਹੈ। ਅਤੇ ਨਵੀਂ ਸਰਕਾਰ ਦੇ ਕੋਲ ਭਾਵੇਂ 3 ਮਹੀਨੇ ਹੀ ਆ, ਉਹ ਦਿਨ ਰਾਤ ਇੱਕ ਕਰ ਰਹੇ ਹੈ।
ਤਿੰਨ ਮਤਲਬ ਪੁਲਿਸ ਮੁਖੀ ਜਿਹੜੇ ਆ ਉਹ ਬਦਲਨੇ ਪੈ ਰਹੇ ਆ ਉਹਨਾਂ ਨੂੰ, ਕੋਈ ਪੁਲਿਸ ਵਾਲਾ ਵੀ ਉਸ ਨੂੰ ਹੱਥ ਪਾਉਣ ਲਈ ਤਿਆਰ ਨਹੀਂ ਹੈ। ਤੇ ਇਹ ਸਾਰੇ ਦੇ ਵਿੱਚ ਸਬੂਤ ਜਿਹੜੇ ਹੈਗੇ ਆ ਸਿੱਟ ਦੇ, ਉਹ ਕਹਿ ਰਹੇ ਆ ਕਿ ਬਈ ਇਹਨਾਂ ਨੇ ਪੈਸੇ ਖਾਏ ਆ, ਇਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਆਏ ਆ, ਨਿਰੰਜਨ ਸਿੰਘ ਦੀ ਬਦਲੀ ਇਹਨਾਂ ਨੇ ਕਰਵਾਈ ਰਾਜਨੀਤਿਕ ਸ਼ਕਤੀ ਦੇ ਨਾਲ, ਮਤਲਬ ਜਿਹੜਾ ਵੀ ਬੰਦਾ ਉਧਰ ਨੂੰ ਵੱਧਦਾ ਉਹ ਉਸ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਂਦਾ। ਸੋ ਇਸ ਪਿਛੋਕੜ ਦੇ ਵਿੱਚ ਅੱਜ ਅਸੀਂ ਖੜੇ ਹਾਂ ਤੇ ਦੁਬਾਰਾ ਚੋਣਾਂ ਆ ਗਈਆਂ ਤੇ ਅੱਜ ਤੁਸੀਂ ਦੇਖਿਆ ਹੀ ਹੈ ਕਿ ਮੰਜੀ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਦੁਬਾਰਾ ਸਾਰੇ ਜਥੇਦਾਰ ਜਿਹੜੇ ਆ ਉਹ ਇਕੱਠੇ ਹੋ ਕੇ ਸੁਖਬੀਰ ਬਾਦਲ ਦੇ ਨਾਲ ਬੈਠੇ ਆ ਤੇ ਪੰਥ ਨੂੰ ਅਪੀਲਾਂ ਕਰ ਰਹੇ ਆ ਤੇ ਤਖਤ ਸਾਹਿਬਾਨ ਦੀ ਜਿਹੜੀ ਮਾਨ ਮਰਿਆਦਾ ਹੈ, ਜਿਨ੍ਹਾਂ ਤੋਂ ਪੰਥ ਤਵੱਕੋ ਕਰਦਾ ਕਿ ਕੁਝ ਸੇਧ ਦੇਣਗੇ, ਉਹ ਮੁੜ ਕੇ ਕਹਿ ਰਹੇ ਆ ਕਿ ਬਈ ਤੁਸੀਂ ਇਹਦੇ ਥੱਲੇ ਹੀ ਕੰਮ ਕਰੋ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਇੱਕ ਵਿਅਕਤੀ ਦੇ ਵੱਲੋਂ ਛਾਲ ਮਾਰ ਕੇ ਅੰਦਰ ਜਾ ਕੇ ਤੇ ਜਿਹੜੀ ਕਿ ਸ਼੍ਰੀ ਸਾਹਿਬ ਚੱਕੀ ਗਈ ਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ ਮੌਕੇ ਤੇ ਲੋਕਾਂ ਦੇ ਵੱਲੋਂ ਜਿਹੜਾ ਕਿ ਦੋਸ਼ੀ ਨੂੰ ਮਾਰ ਮੁਕਾਇਆ ਗਿਆ। ਤੇ ਹੁਣ ਜਿਹੜਾ ਕਿ ਸਿੱਖ ਕੌਮ ਨੂੰ ਭੰਡਣ ਦੇ ਲਈ ਉਸ ਨੂੰ ਜਿਹੜੀ ਮੌਤ ਦਿੱਤੀ ਗਈ ਹੈ ਦੋਸ਼ੀ ਨੂੰ, ਮੌਬ ਲਿੰਚਿੰਗ ਦਾ ਉਹਨੂੰ ਨਾਮ ਦਿੱਤਾ ਜਾ ਰਿਹਾ ਵੀ। ਸੋ ਉਹਦੇ ਨਾਲ ਜਿਹੜਾ ਕਿ ਸਿੱਖੀ ਦਾ ਜਿਹੜਾ ਕਿ ਬੜਾ ਭੰਡੀ ਪ੍ਰਚਾਰ ਕੀਤਾ, ਜਦ ਕਿ ਕਿਸਾਨ ਮੋਰਚੇ ਦੇ ਵਿੱਚ ਸਿੱਖ ਕੌਮ ਦਾ ਨਾਮ ਬਹੁਤ ਉੱਚਾ ਗਿਆ ਸੀ, ਕਿਉਂਕਿ ਲੰਗਰਾਂ ਦੇ ਨਾਲ, ਲੰਗਰ ਲਗਾਏ ਜਾਣ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਸੀਗੀ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਉਦੇਸ਼ ਸੀਗਾ, ਉਹ ਬੜਾ ਸਾਹਮਣੇ ਆਇਆ ਸੀਗਾ। ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਸਿੱਖ ਕੌਮ ਮਰਜੀਵੜਿਆਂ ਦੀ ਕੌਮ ਹੈ, ਇਹ ਨਾ ਕਿਸੇ ਦੇ ਉੱਪਰ ਜਿਹੜਾ ਕਿ ਹਮਲਾ ਕਰਦੀ ਹੈ ਤੇ ਨਾ ਹੀ ਕਿਸੇ ਦਾ ਹਮਲਾ ਸਹਿਣ ਕਰਦੀ ਆ। ਸੋ ਜੋ ਕੁਝ ਉਹ ਉਦੋਂ ਘਟਨਾ ਵਾਪਰੀ, ਦੋਸ਼ੀ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਹੁਣ ਮੌਬ ਲਿੰਚਿੰਗ ਉਹਨੂੰ ਕਿਹਾ ਜਾ ਰਿਹਾ, ਸੋ ਇਹਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ? ਇਸ ਨੂੰ ਮੈਂ ਤਾਂ ਬੇਅਦਬੀ ਦੇ ਨਾਲ ਹੀ ਕਨੈਕਟ ਕਰਕੇ ਦੇਖਦਾ ਕਿ ਜਿਹੜੀਆਂ ਤਾਕਤਾਂ ਬੇਅਦਬੀ ਦੇ ਵਿੱਚ ਲੱਗੀਆਂ ਹੋਈਆਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਉਣੀ ਤੇ ਉਸ ਨੂੰ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤਣਾ, ਉਹ ਤਾਕਤਾਂ ਭਾਵੇਂ ਮੈਂ ਇਹ ਨਹੀਂ ਕਹਿੰਦਾ ਬਈ ਇੱਕੋ ਹੀ ਪਾਰਟੀ ਹੋਏਗੀ, ਇਹਦੇ ਵਿੱਚ ਵੱਖਰੀਆਂ ਪਾਰਟੀਆਂ ਵੀ ਉਸ ਨੂੰ ਵਰਤ ਸਕਦੀਆਂ ਕਿ ਸਿੱਖਾਂ ਦੀ ਭਾਵਨਾ ਨਾਲ ਅਸੀਂ ਵੀ ਖੇਡ ਸਕਦੇ ਹਾਂ, ਖਾਲੀ ਇੱਕ ਪਾਰਟੀ ਨਹੀਂ ਖੇਡ ਸਕਦੀ। ਦੂਜੀਆਂ ਪਾਰਟੀਆਂ ਨੂੰ ਵੀ ਮਜਬੂਰੀ, ਜਦੋਂ ਤੁਸੀਂ ਇੱਕ ਪਾਰਟੀ ਗੇਮ ਖੇਡਣ ਲੱਗ ਜਾਂਦੀ ਹੈ ਦੂਸਰੀ ਵੀ ਖੇਡ ਸਕਦੀ ਹੈ। ਸੋ ਇਹ ਜਿਹੜਾ ਪੜਦਾ ਹੈ ਜ਼ਰੂਰ ਉੱਠਣਾ ਚਾਹੀਦਾ ਕਿ ਇਹਦੇ ਪਿੱਛੇ ਆਖਰ ਤਾਕਤਾਂ ਕੌਣ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਮੌਬ ਲਿੰਚਿੰਗ ਦੀ, ਮੌਬ ਲਿੰਚਿੰਗ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਦਰਬਾਰ ਸਾਹਿਬ ਦੇ ਅੰਦਰ ਚੱਪੇ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ। ਸੀਸੀਟੀਵੀ ਕੈਮਰਾਜ਼ ਦੇ ਨਾਲ ਉਹਨਾਂ ਨੇ ਇਹ ਵੀ ਲੱਭ ਲਿਆ ਕਿ ਬੰਦਾ 4 ਦਿਨ ਤੋਂ 5 ਦਿਨ ਤੋਂ ਪਹਿਲਾਂ ਉੱਥੇ ਘੁੰਮ ਰਿਹਾ, ਉਹਦੀਆਂ ਸਾਰੀਆਂ ਉਹਨਾਂ ਨੇ ਕਲਿੱਪਿੰਗਸ ਲੱਭ ਲੀਆਂ। ਪਰ ਜਿਸ ਸਮੇਂ ਉਹਨੂੰ ਮਾਰਿਆ ਗਿਆ ਉਸ ਸਮੇਂ ਕਿਹੜੇ ਬੰਦੇ ਸੀ ਜਿਹੜੇ ਉਹਨੂੰ ਮਾਰ ਰਹੇ ਸੀ, ਐਸਾ ਕੁਝ ਸਾਹਮਣੇ ਨਹੀਂ ਆਇਆ। ਤੇ ਇੱਥੋਂ ਤੱਕ ਵੀ ਖਬਰਾਂ ਆਈਆਂ ਕਿ ਉਸ ਨੂੰ ਥੋੜ੍ਹੀ ਬਹੁਤੀ ਉਹਦੀ ਮਤਲਬ ਕੁੱਟਮਾਰ ਕਰਕੇ ਉਸ ਨੂੰ ਦਰਬਾਰ ਸਾਹਿਬ ਦੇ ਜਿਹੜਾ ਪਰਿਕਰਮਾ ਦੇ ਵਿੱਚ ਮੈਨੇਜਮੈਂਟ ਦਾ ਕਮਰਾ ਹੈਗਾ SGPC ਦਾ, ਉਸ ਕਮਰੇ ਦੇ ਵਿੱਚ ਉਹਨੂੰ ਲੈ ਗਏ। ਉੱਥੋਂ ਫਿਰ ਉਸ ਨੂੰ ਮੈਨੇਜਰ ਦੇ ਕਮਰੇ ਦੇ ਵਿੱਚ ਵੀ ਲੈ ਕੇ ਜਾਂਦਾ ਗਿਆ, ਆਪਣਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ, ਤੇ ਉੱਥੇ ਜਿਹੜਾ ਹੈਗਾ ਉਹਦਾ ਜਾਂ ਤਾਂ ਕਤਲ ਉਹਦਾ ਪਰਿਕਰਮਾ ਦੇ ਜਿਹੜਾ ਰੂਮ ਹੈ SGPC ਦਾ ਉੱਥੇ ਕੀਤਾ ਗਿਆ ਜਾਂ ਮੈਨੇਜਰ ਦੇ ਰੂਮ ਦੇ ਵਿੱਚ ਕੀਤਾ ਗਿਆ। ਇਹ ਇੱਕ ਮਤਲਬ ਜਾਂਚ ਦਾ ਵਿਸ਼ਾ ਹੈ। ਇਹਦੀ ਜਾਂਚ ਜਿਹੜੀ ਹੈ ਨਿਰਪੱਖ ਹੋਣੀ ਚਾਹੀਦੀ ਹੈ। ਤੇ ਪਬਲਿਕ ਦੇ ਵਿੱਚ ਮੈਂ ਸਮਝਦਾ ਕਿ ਪਬਲਿਕ ਜੇ ਮਾਰਦੀ ਹੈ, ਪਬਲਿਕ ਦੇ ਵਿੱਚ ਇੱਕ ਥੱਪੜ ਮਾਰ ਦੇਗਾ, 2 ਮਾਰ ਦੇਗਾ, 2-4 ਠੁੱਡੇ ਮਾਰ ਦੇਗਾ, ਕੋਈ ਮਤਲਬ ਕਤਲ ਕਰਨ ਤੱਕ ਪਬਲਿਕ ਜਿਹੜੀ ਜਾਂਦੀ ਹੈ ਪਰਿਕਰਮਾ ਦੇ ਅੰਦਰ, ਉਹਦੀ ਬੜੀ ਮਤਲਬ ਗੱਲ ਉਤਰ ਨਹੀਂ ਰਹੀ ਗਲੇ ਦੇ ਵਿੱਚ, ਤੇ ਕਿ ਉਹਨੂੰ ਪੁੱਛ ਹੀ ਨਹੀਂ ਰਿਹਾ ਕੋਈ ਕਿ ਵੀ ਤੂੰ ਕੌਣ ਹੈ, ਤੇਰਾ ਕੀ ਨਾਮ ਹੈ, ਤੂੰ ਕਿੱਥੋਂ ਆਇਆ, ਇਹ ਵੀ ਨਹੀਂ ਕੋਈ ਉਹਨੂੰ ਪੁੱਛ ਰਿਹਾ। ਉਹਨੂੰ ਸਿੱਧਾ ਮਾਰ ਹੀ ਮੁਕਾਤਾ ਗਿਆ। ਤੇ ਵੈਸੇ ਉਹਦਾ ਹਸ਼ਰ ਤਾਂ ਉਹਨੂੰ ਮਾਰਨਾ ਮੁਕਾਉਣਾ ਚਾਹੀਦਾ ਸੀ, ਪਰ ਉਸ ਨੂੰ ਥੋੜ੍ਹਾ ਬਹੁਤਾ ਉਹਦਾ ਸੁਰਾਗ ਤਾਂ ਪੁੱਛਣਾ ਬਣਦਾ ਸੀ। ਜੇ ਅਸੀਂ ਦੇਖਦੇ ਹਾਂ ਸਿੰਘੂ ਬਾਰਡਰ ਵਾਲੀ ਜਿਹੜੀ ਆਪਾਂ ਵਾਰਦਾਤ ਦੇ ਨਾਲ ਉਹਨੂੰ ਕੋਰਲੇਟ ਕਰਦੇ ਹਾਂ, ਤੇ ਸਿੰਘੂ ਬਾਰਡਰ ਦੇ ਵਿੱਚ ਭਾਵੇਂ ਉਸ ਨੂੰ ਮਾਰ ਦਿੱਤਾ ਗਿਆ, ਉਹਦੇ ਹੱਥ ਪੈਰ ਵੱਢ ਦਿੱਤੇ ਗਏ, ਪਰ ਉਸ ਤੋਂ ਪਹਿਲਾਂ ਉਹਦੀ ਪੂਰੀ ਤਫਤੀਸ਼ ਕੀਤੀ ਗਈ। ਜਿਸ ਸਮੇਂ ਦੀ ਇਹ ਵਾਰਦਾਤ ਹੈਗੀ ਹੈ ਉਸ ਸਮੇਂ ਉੱਥੇ ਕੋਈ ਪੁਲਿਸ ਨਹੀਂ ਸੀਗੀ, ਅੰਦਰ ਸਿਰਫ ਸ਼ਰਧਾਲੂ ਸੀਗੇ ਜਾਂ SGPC ਦੇ ਟਾਸਕ ਫੋਰਸ ਸੀਗੀ, ਉਹਦੇ EMPLOYEES ਸੀਗੇ। ਇਸ ਤੋਂ ਇਲਾਵਾ ਉੱਥੇ ਕੋਈ ਬੰਦਾ ਸੀਗਾ ਨਹੀਂ। ਤੇ ਉਹਨਾਂ ਨੂੰ ਕਿਹਦਾ ਡਰ ਸੀ ਕਿ ਵੀ ਅਸੀਂ ਇਹਨੂੰ ਪੁੱਛਣਾ ਨਹੀਂ ਹੈ? ਕੌਣ ਬੰਦਾ ਉਹਨਾਂ ਨੂੰ ਰੋਕ ਰਿਹਾ ਸੀ ਕਿ ਬਈ ਉਸ ਬੰਦੇ ਦੀ ਉਹ ਪੁੱਛ ਪੜਤਾਲ ਕਰਦੇ, ਉਹਦੇ 2-4 ਥੱਪੜ ਮਾਰਦੇ, ਕੁਛ ਕਰਦੇ, ਉਹਨੂੰ ਪੁੱਛਦੇ ਤਾਂ ਸਹੀ ਤੂੰ ਤੇਰਾ ਘਰ ਕਿੱਥੋਂ ਹੈ, ਤੂੰ ਕੌਣ ਹੈ, ਤੇਰਾ ਕੀ ਨਾਮ ਹੈ, ਤੈਨੂੰ ਕਿਹਨੇ ਭੇਜਿਆ? ਲੇਕਿਨ ਐਸਾ ਉੱਥੇ ਕੁਝ ਵੀ ਨਹੀਂ ਕੀਤਾ ਗਿਆ। ਉਸ ਨੂੰ ਸਿੱਧਾ ਹੀ ਉਹਦਾ ਪਾਰ ਬੁਲਾਤਾ ਗਿਆ ਤੇ ਉਹ ਸਾਰਾ ਜਿਹੜਾ ਐਵੀਡੈਂਸ ਸੀ ਉਹਦੇ ਨਾਲ ਹੀ ਖਤਮ ਹੋ ਗਿਆ। ਤੇ ਇਹਦੇ ਵਿੱਚ ਦਰਬਾਰ ਸਾਹਿਬ ਦਾ ਮੈਨੇਜਰ ਜਿਹੜਾ ਹੈਗਾ ਉਹ ਬਿਲਕੁਲ ਸ਼ੱਕ ਦੇ ਘੇਰੇ ਦੇ ਵਿੱਚ ਹੈ। ਜੇਕਰ ਉੱਥੇ ਸੁਚੱਜਾ ਪ੍ਰਬੰਧ ਹੋਵੇ ਤੇ ਸਭ ਤੋਂ ਪਹਿਲਾਂ ਉਸ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ ਕਿ ਤੂੰ ਇੱਥੇ ਕੀ ਕਰ ਰਿਹਾ ਹੈ, ਤੇਰੇ ਹੁੰਦੇ ਹੋਏ ਤੇਰੇ ਜਿਹੜੇ ਮੁਲਾਜ਼ਮ ਹੈਗੇ ਆ ਉਹ ਕੀ ਕਰ ਰਹੇ ਸੀਗੇ। ਬੇਅਦਬੀ ਠੀਕ ਹੈ, ਬੇਅਦਬੀ ਵਾਲੇ ਨੇ ਤਾਂ ਬੇਅਦਬੀ ਕਰਤੀ, ਪਰ ਤੁਸੀਂ ਕੀ ਕੀਤਾ ਬਾਅਦ 'ਚ? ਗੱਲ ਇਹ ਹੈ
ਜੇ ਤੁਸੀਂ ਉਹਨੂੰ ਮਾਰਨਾ ਵੀ ਸੀਗਾ ਤੇ ਉਹਨੂੰ ਘੱਟੋ ਘੱਟ ਪੁੱਛਦੇ ਤਾਂ ਸਹੀ। ਪਹਿਲੀ ਗੱਲ ਤਾਂ ਉਹਨੂੰ ਮਾਰਨ ਦਾ ਕੋਈ ਮਤਲਬ ਨਹੀਂ ਸੀਗਾ। ਜਿਹੜੀ ਪੁਲਿਸ ਅੱਜ ਕਹਿ ਰਹੀ ਹੈ ਕਿ ਵੀ ਤੁਸੀਂ ਸਾਨੂੰ ਦਿਓ ਅਸੀਂ ਕਾਰਵਾਈ ਕਰਾਂਗੇ, ਪੁਲਿਸ ਨੂੰ ਪਹਿਲਾਂ ਬੰਦੇ ਦਿੱਤੇ, ਉਹਨਾਂ ਨੇ ਕਾਰਵਾਈ ਨਹੀਂ ਕੀਤੀ, ਪਰ ਉਹਨੂੰ ਮਤਲਬ ਸਾਰੇ ਸਬੂਤਾਂ ਸਮੇਤ ਹੀ ਬੰਦੇ ਨੂੰ ਮਾਰ ਦੇਣਾ ਵੀ ਕੋਈ ਉਹਦਾ ਹੱਲ ਨਹੀਂ ਹੈ। ਘੱਟੋ ਘੱਟ ਜਿਹੜਾ ਇਹਦਾ ਪਰਦਾ ਉੱਠਣਾ ਚਾਹੀਦਾ ਸੀ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਵਿਅਕਤੀ ਵੱਲੋਂ ਬੇਅਦਬੀ ਕੀਤੀ ਜਾਂਦੀ ਹੈ, ਚਾਹੇ ਉਹ ਰੁਮਾਲਾ ਸਾਹਿਬ ਪਾੜਿਆ ਜਾਂਦਾ ਜਾਂ ਅੰਗ ਪਾੜੇ ਜਾਂਦੇ ਨੇ, ਕੁਝ ਵੀ ਕੀਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਜਦੋਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਵੱਲੋਂ, ਤਾਂ ਐਂਡ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਮੰਦ ਬੁੱਧੀ ਸੀਗਾ, ਕੋਈ ਨਾ ਕੋਈ ਉਹਦਾ ਸਰਟੀਫਿਕੇਟ ਤਿਆਰ ਕਰ ਦਿੱਤਾ ਜਾਏ। ਪਰ ਇੱਥੇ ਸੋਚਣ ਵਾਲੀ ਗੱਲ, ਸਵਾਲੀਆ ਨਿਸ਼ਾਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਹਰ ਵਿਅਕਤੀ ਪਾਗਲ ਹੀ ਕਿਉਂ ਹੁੰਦਾ ਹੈ? ਉਹ ਕਿਤੇ ਹੋਰ ਕਿਉਂ ਨਹੀਂ ਜਾਂਦਾ? ਉਹ ਆਪਣੇ ਘਰਦਿਆਂ ਦਾ ਸਿਰ ਕਿਉਂ ਨਹੀਂ ਪਾੜਦਾ? ਉਹ ਆਪਣਾ ਸਿਰ ਕੰਧ 'ਚ ਕਿਉਂ ਨਹੀਂ ਮਾਰਦਾ? ਉਹਨੂੰ ਗੁਰੂ ਗ੍ਰੰਥ ਸਾਹਿਬ ਹੀ ਕਿਉਂ ਲੱਭਦੇ? ਉਹ ਗੁਰਦੁਆਰੇ ਕਿਸ ਦਾ ਪਹੁੰਚ ਜਾਂਦਾ? ਦੇਖੋ, ਹਕੀਕਤ ਦੇ ਵਿੱਚ ਮੈਂ ਤਾਂ ਇਹੀ ਕਹਾਂਗਾ ਕਿ ਮੰਦਬੁੱਧੀ ਜਿਹੜਾ ਬੇਅਦਬੀ ਕਰਦਾ ਉਹ ਮੰਦਬੁੱਧੀ ਨਹੀਂ ਹੁੰਦਾ। ਮੰਦਬੁੱਧੀ ਪੰਜਾਬ ਦੀ ਪੁਲਿਸ ਹੈ, ਜਿਸ ਨੂੰ ਇਹ ਘੋਖ ਨਹੀਂ ਹੁੰਦੀ ਕਿ ਬਈ ਇਹ ਬੰਦਾ ਮੰਦਬੁੱਧੀ ਹੈ ਕਿ ਇਹ ਮਨਸ਼ਾ ਦੇ ਨਾਲ ਬੇਅਦਬੀ ਕਰਨ ਗਿਆ। ਉਹ ਇੱਕ ਸਿਰੇ ਤੋਂ ਮੰਦਬੁੱਧੀ ਹੈ, ਉਸ ਤੋਂ ਅੱਗੇ ਤਫਤੀਸ਼ ਨਹੀਂ ਕਰਦੇ। ਮੰਦਬੁੱਧੀ ਤਾਂ ਉਹ ਹੈ ਜਿਹੜਾ ਬੰਦੇ ਨੂੰ ਇਹ ਨਹੀਂ ਪਛਾਣ ਹੋ ਰਹੀ ਕਿ ਬਈ ਬੇਅਦਬੀ ਕਰਨ ਵਾਲਾ ਜਿਹੜਾ ਬੰਦਾ ਹੈਗਾ ਉਹਦੀ ਕੀ ਮਾਨਸਿਕ ਹਾਲਤ ਹੈਗੀ ਹੈ। ਸੋ ਮੰਦਬੁੱਧੀ ਮੈਂ ਇਹੀ ਕਹਾਂਗਾ ਕਿ ਮੰਦਬੁੱਧੀ ਤਾਂ ਪੰਜਾਬ ਦਾ ਸਭ ਤੋਂ ਵੱਡਾ ਤਾਂ ਮੰਦਬੁੱਧੀ ਪੰਜਾਬ ਦਾ DGP ਹੈ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਸੀਰੀਅਸਲੀ ਨਹੀਂ ਲੈ ਰਿਹਾ। ਜਦੋਂ ਕਿ ਹਕੀਕਤ ਇਹ ਹੈ ਕਿ ਕੋਈ ਛੋਟੀ ਜਿਹੀ ਵਾਰਦਾਤ ਵੀ ਹੁੰਦੀ ਹੈ ਤੇ NIA ਆ ਜਾਂਦੀ ਹੈ। ਇੰਨੀਆਂ ਸਰਕਾਰ ਕੋਲ ਏਜੰਸੀਆਂ 24 ਘੰਟੇ 'ਚ ਬੰਦਿਆਂ ਨੂੰ ਲੱਭ ਲੈਂਦੀਆਂ, ਲੇਕਿਨ ਦਰਬਾਰ ਸਾਹਿਬ ਦੀ ਬੇਅਦਬੀ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਮੰਦਬੁੱਧੀ ਕਹਿ ਕੇ ਇਹ ਸਾਰਿਆਂ ਨੂੰ ਮਤਲਬ ਸਾਰੇ ਕੇਸ ਨੂੰ ਰਫਾ ਦਫਾ ਕਰਨ ਦੀ ਜਿਹੜੀ ਇੱਕ ਇਹਨਾਂ ਨੇ ਪਿਰਤ ਪਾਈ ਹੈ, ਇਹ ਬਹੁਤ ਹੀ ਖਤਰਨਾਕ ਹੈ ਤੇ ਇਸ ਦੇ ਜਿਹੜੇ ਮਤਲਬ ਸਹੀ परिणाम ਨਹੀਂ ਨਿਕਲਣਗੇ। ਅੱਜ ਜਿਹੜਾ ਕਿ ਮੰਜੀ ਹਾਲ ਦੇ ਵਿੱਚ ਜਿਹੜਾ ਸ੍ਰੀ ਦਰਬਾਰ ਸਾਹਿਬ ਵਿਖੇ ਪੰਥਕ ਇਕੱਠ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ, ਇਹ ਦੇ ਵਿੱਚ ਜਿਹੜੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਬਾਕੀ ਜਥੇਦਾਰ ਵੀ ਜਿਹੜੇ ਉੱਥੇ ਪਹੁੰਚੇ ਨੇ। ਸੋ ਇੱਥੇ ਇਹ ਵੀ ਗੱਲ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ, ਜੇ ਕੱਲ੍ਹ ਨੂੰ ਉੱਥੇ ਅਕਾਲੀ ਦਲ, ਸੰਯੁਕਤ ਅਕਾਲੀ ਦਲ, ਸ਼ਹੀਦਾਂ ਜਾਂ ਹੋਰ ਕੋਈ ਅਕਾਲੀ ਦਲ ਜਾ ਕੇ ਪੰਥਕ ਇਕੱਠ ਬੁਲਾਉਂਦਾ ਜਾਂ ਕਿਤੇ ਵੀ, ਜਾਂ ਹੁਣ ਮੰਜੀ ਸਾਹਿਬ ਦੇ ਵਿੱਚ ਜਿਹੜਾ ਕਿ ਜਗ੍ਹਾ ਮੰਗਦਾ ਹੈ, ਤੇ ਕੀ ਉੱਥੇ ਵੀ ਜਿਹੜੇ ਜਥੇਦਾਰ ਸਾਹਿਬਾਨ ਨੇ ਕੌਮ ਦੇ ਉੱਥੇ ਹਾਜ਼ਰੀ ਭਰਨਗੇ? ਕਿ ਉੱਥੇ ਵੀ ਇਹੀ ਜਿਹੜਾ ਕਿ ਕੌਮ ਨੂੰ ਇਹ ਆਪਣਾ ਸੰਦੇਸ਼ ਜਾਂ ਆਪਣਾ ਜਿਹੜਾ ਕੋਈ ਗੱਲ ਜਾਰੀ ਕਰਨਗੇ? ਦੇਖੋ, ਤੁਸੀਂ ਕਹਿ ਰਹੇ ਹੋ ਕਿ ਵੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ, ਪਹਿਲੀ ਤਾਂ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਇਤਿਹਾਸਿਕ ਅਦਾਰੇ ਹੈਗੇ ਆ, ਉਹ ਇੱਕ ਕਿਸਮ ਦੇ ਬਾਦਲ ਪਰਿਵਾਰ ਨੇ ਨਿੱਜੀ ਜਾਇਦਾਦ ਆਪਣੀ ਬਣਾਈ ਹੋਈ ਆ। ਉੱਥੇ ਕਿਸੇ ਨੂੰ ਉਹ ਪ੍ਰੋਗਰਾਮ ਕਰਨ ਦੀ, ਉੱਥੇ ਇਕੱਠ ਕਰਨ ਦੀ ਇਜਾਜ਼ਤ ਹੀ ਨਹੀਂ ਦੇਣਗੇ। ਪੰਥਕ ਉਹ ਮਤਲਬ ਆਪਾਂ ਦੇਖਿਆ ਹੀ ਹੈ ਕਿ ਪਹਿਲਾਂ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਕਿੱਦਾਂ ਉਹਨਾਂ ਨੇ ਜਾ ਕੇ ਜਦੋਂ ਸਟੇਜ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਵੱਡੇ ਇਕੱਠ ਦੇ ਵਿੱਚ, ਤੇ ਉਹ ਕਿਸ ਤਰੀਕੇ ਦੇ ਨਾਲ ਦਸਤਾਰਾਂ ਉਤਰੀਆਂ। ਸੋ ਉੱਥੇ ਉਹ ਹੋਰ ਬੰਦੇ ਨੂੰ ਨਹੀਂ ਬੋਲਣ ਦੇਣਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਜਥੇਦਾਰ ਸਾਹਿਬਾਨ ਦੀ, ਦੇਖੋ ਜਥੇਦਾਰ, ਜੇ ਮੈਂ ਕਹਾਂ ਕਿ ਬਈ ਮਤਲਬ ਮੇਰੇ ਕੋਲ ਅੱਖਰ ਨਹੀਂ ਆ, ਮੈਂ ਕਿਸ ਅੱਖਰਾਂ ਦੇ ਨਾਲ ਅੱਜ ਦੇ ਜਥੇਦਾਰਾਂ ਨੂੰ ਡਿਸਕ੍ਰਾਈਬ ਕਰਾਂ। ਇਹਨਾਂ ਦਾ ਜਿਹੜਾ ਮਤਲਬ ਪਿਛੋਕੜ ਹੈ ਜਾਂ ਇਹਨਾਂ ਦੀ ਜਿਹੜੀ ਕਾਰ ਵਿਹਾਰ ਹੈ, ਅਸੀਂ ਦੇਖਿਆ ਹੀ ਹੈ ਕਿਵੇਂ ਜਥੇਦਾਰ ਜਿਹੜੇ ਆ ਇੱਕ ਟੈਲੀਫੋਨ ਦੇ ਉੱਪਰ ਚੀਫ ਮਿਨਿਸਟਰ ਦੇ ਘਰ ਚਲੇ ਜਾਂਦੇ ਆ, ਇੱਕ ਟੈਲੀਫੋਨ ਦੇ ਉੱਪਰ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਹੈ ਉਹਦੀ ਤਾਬਿਆ ਬੈਠ ਜਾਂਦੇ ਆ ਜਾ ਕੇ ਜਥੇਦਾਰ, ਜਿਨ੍ਹਾਂ ਨੇ ਪੂਰੀ ਕੌਮ ਨੂੰ ਸੇਧ ਦੇਣੀ ਹੈ। ਤੇ ਉਹ ਤਾਂ ਜਿਤਨੀ ਚਾਬੀ ਭਰੀ ਰਾਮ ਨੇ ਉਤਨਾ ਚਲੇ ਖਿਲਾਉਣ ਵਾਲਾ ਜਿਹੜਾ ਗੱਲ ਹੈ, ਉਹ ਜਥੇਦਾਰਾਂ ਦੀ ਹਾਲਤ ਬਣੀ ਹੋਈ ਹੈ। ਤੇ ਬੜੀ ਤਰਾਸਦੀ ਭਰੇ ਮਾਹੌਲ ਦੇ ਵਿੱਚੋਂ ਜਿਹੜੀ ਹੈ ਸਿੱਖ ਜਗਤ ਨਿਕਲ ਰਿਹਾ, ਤੇ ਕਿੱਧਰ ਜਾਏਗਾ ਪੰਥ, ਇਹ ਆਉਣ ਵਾਲਾ ਸਮਾਂ ਦੱਸੇਗਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਨਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਬਣੇ ਨੇ, ਤੇ ਤੁਸੀਂ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਹੋ? ਕਿਉਂਕਿ ਉਹਨਾਂ ਦਾ ਜਿਹੜੀ ਨੇੜਤਾ ਸੀਗੀ ਟੋੜਾ ਸਾਹਿਬ ਦੇ ਨਾਲ ਸੀਗੀ, ਤੇ ਉਹਨਾਂ ਨੇ ਆਪਣੇ ਕਾਫੀ ਕੰਮ ਵੀ ਕੀਤੇ ਨੇ, ਤੇ ਸੋ ਉਹਨਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖੋ? ਦੇਖੋ, ਇਹਦੇ ਵਿੱਚ ਜਿਹੜਾ ਆਪਣਾ ਐਡਵੋਕੇਟ ਧਾਮੀ ਹੈਗੇ ਆ, ਉਹਨਾਂ ਦੇ ਬਾਰੇ ਵਿੱਚ ਮਤਲਬ ਟਿੱਪਣੀ ਮੈਂ ਬਾਅਦ 'ਚ ਕਰਾਂਗਾ। ਪਹਿਲਾਂ ਤਾਂ ਗੱਲ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ, ਮੈਂ ਉਹਨਾਂ ਦੀ ਚੋਇਸ ਬਾਰੇ ਤੁਹਾਨੂੰ ਗੱਲ ਕਰਨਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ, ਸ਼ਹੀਦਾਂ ਦੀ ਜਥੇਬੰਦੀ, ਸਾਡੇ ਬਜ਼ੁਰਗਾਂ ਨੇ ਉਸ ਨੂੰ ਐਡਾ ਨਾਮਣਾ ਖੱਟ ਕੇ ਦਿੱਤਾ, ਤੇ ਜਦੋਂ ਤੋਂ ਬਾਦਲ ਪਰਿਵਾਰ ਦੇ ਹੱਥ 'ਚ ਆਈ ਹੈ, ਉਹ ਉਸਨੇ ਪੰਥ ਨੂੰ ਮਤਲਬ ਨੀਵਾਂ ਹੀ ਦਿਖਾਇਆ ਹਰ ਥਾਂ 'ਤੇ।
ਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਚੋਇਸ ਹੈ ਉਹ ਬੜੀ ਪੂਅਰ ਚੋਇਸ ਮੈਂ ਉਹਨੂੰ ਗਿਣਦਾ ਕਿ ਉਹ ਜਦੋਂ ਉਹਦਾ ਮਿਆਰ ਪੰਥਕ ਥਰਮਾਮੀਟਰ ਤੇ ਦੇਖਿਆ ਜਾਏ ਤਾਂ ਬੜਾ ਨੈਗੇਟਿਵ ਗੱਲ ਕਰਦੀ ਹੈ ਹਮੇਸ਼ਾ ਉਹ। ਤੇ ਧਾਮੀ ਸਾਹਿਬ ਦਾ ਵੀ ਮੈਂ ਇਹੀ ਕਹਾਂਗਾ ਕਿ ਜਿਹੜਾ ਧਾਮੀ ਸਾਹਿਬ ਨੂੰ ਕ੍ਰੈਡਿਟ ਉਹਨਾਂ ਨੇ ਦਿੱਤਾ ਹੈ ਕਿ ਜਿਹੜਾ ਧਾਮੀ ਸਾਹਿਬ ਨੂੰ ਪ੍ਰਧਾਨਗੀ ਦਿੱਤੀ ਹੈ ਉਹ ਐਡਵੋਕੇਟ ਧਾਮੀ ਨੂੰ ਨਹੀਂ ਦਿੱਤੀ ਉਹਨਾਂ ਨੇ ਪ੍ਰਧਾਨਗੀ, ਉਹ ਪ੍ਰਧਾਨਗੀ ਉਹਨਾਂ ਨੇ ਦਿੱਤੀ ਹੈ ਨਿਹਾਲ ਸਿੰਘ ਹਰੀਆਂ ਬੇਲਾਂ ਵਾਲਿਆਂ ਨੂੰ। ਜਿਹੜੇ ਹਰੀਆਂ ਬੇਲਾਂ ਨਿਹੰਗ ਸਿੰਘ ਜਥੇਬੰਦੀ ਹੈ ਉਸ ਦੀ ਮਿਸਲ ਜਿਹੜੀ ਹੈਗੀ ਹੈ ਤੇ ਉਹਦਾ ਜੇ ਉਹਦੇ ਤੇ ਟਿੱਪਣੀ ਕਰਨੀ ਲਈ ਤੁਸੀਂ ਕਹਿੰਦੇ ਹੋ ਤੇ ਉਹ ਨਿਹਾਲ ਸਿੰਘ ਹਰੀਆਂ ਬੇਲਾਂ ਵਾਲਾ ਉਹ ਸ਼ਖਸ ਹੈ ਜਦੋਂ 84 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਆਪਣਾ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀ ਹੋਰ ਪਰਿਕਰਮਾ ਦੀ ਜਿਹੜੀ ਨੁਕਸਾਨ ਪਹੁੰਚਿਆ ਉਸ ਦੀ ਕਾਰ ਸੇਵਾ ਕਰਨ ਲਈ ਕੋਈ ਅੱਗੇ ਪੰਥਕ ਧਿਰਾਂ ਨਹੀਂ ਆ ਰਹੀਆਂ ਸੀ ਕਿ ਸਰਕਾਰ ਦੇ ਹੱਥਾਂ ਦੇ ਵਿੱਚ ਅਸੀਂ ਇਹ ਕੰਮ ਨਹੀਂ ਕਰਾਂਗੇ, ਇਹ ਪੰਥ ਦਾ ਧਰੋਹਰ ਤੇ ਪੰਥਕ ਰਹੁ ਰੀਤਾਂ ਦੇ ਨਾਲ ਇਹਦੀ ਸਾਰੀ ਜਿਹੜੀ ਹੈ ਸੇਵਾ ਹੋਣੀ ਚਾਹੀਦੀ ਹੈ। ਉਸ ਵੇਲੇ ਬੂਟਾ ਸਿੰਘ ਨੇ ਆਪਣਾ ਨਿਹੰਗ ਮੁਖੀ ਜਿਹੜੇ ਸੀਗੇ ਸੰਤਾ ਸਿੰਘ ਬੁੱਢਾ ਦਲ ਦੇ ਉਹਨਾਂ ਨੂੰ ਇਹ ਕਾਰ ਸੇਵਾ ਦਿੱਤੀ ਤੇ ਸੰਤਾ ਸਿੰਘ ਨੇ ਸਰਕਾਰ ਦੇ ਨਾਲ ਰਲ ਕੇ ਉਹਦੀ ਕਾਰ ਸੇਵਾ ਕੀਤੀ ਤੇ ਜਿਹੜੇ 5 ਸਿੰਘਾਂ ਨੇ ਉਸ ਕਾਰ ਸੇਵਾ ਦੀ ਆਰੰਭਤਾ ਲਈ ਟੱਪ ਲਾਇਆ ਉਹਦੇ ਵਿੱਚ ਨਿਹਾਲ ਸਿੰਘ ਹਰੀਆਂ ਬੇਲਾਂ ਵਾਲੇ ਇੱਕ ਸੀਗੇ ਤੇ ਉਸ ਦੀ ਜਿਹੜੀ ਅਦਾਇਗੀ ਹੈ ਉਹ ਅੱਜ ਸੁਖਬੀਰ ਬਾਦਲ ਨੇ ਉਹਨਾਂ ਦੀ ਜਥੇਬੰਦੀ ਨੂੰ ਦਿੱਤੀ ਹੈ ਤੇ ਉਹਨਾਂ ਨੇ ਪੂਰੀ ਸ਼੍ਰੋਮਣੀ ਕਮੇਟੀ ਉਹਨਾਂ ਦੇ ਸਪੁਰਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਜੇ ਆਪਾਂ ਬੀਬੀ ਜਗੀਰ ਕੌਰ ਨੂੰ ਦੇਖੀਏ ਤੇ ਉਹ ਇੱਕ ਡੇਰਾ ਦੀ ਪਰੰਪਰਾ ਦੇ ਵਿੱਚ ਆਈ ਹੈ ਜਿਹਦੇ ਖਿਲਾਫ ਸ਼੍ਰੋਮਣੀ ਕਮੇਟੀ ਦੀ ਹਮੇਸ਼ਾ ਲੜਾਈ ਰਹੀ ਹੈ। ਜੇ ਆਪਾਂ ਪਿਛੋਕੜ ਦੇ ਵਿੱਚ ਜਾਂਦੇ ਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਹੀ ਇਸ ਕਰਕੇ ਕਾਇਮ ਕੀਤੀ ਗਈ ਸੀ ਕਿ ਜਿਹੜੇ ਡੇਰਾਵਾਦ ਹੈ ਉਸ ਨੂੰ ਖਤਮ ਕੀਤਾ ਜਾਵੇ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤੀ ਪ੍ਰਬੰਧ ਲਿਆਇਆ ਜਾਵੇ। ਲੇਕਿਨ ਬੀਬੀ ਜਗੀਰ ਕੌਰ ਜਿਹੜੀ ਖੁਦ ਇੱਕ ਡੇਰੇ ਦੀ ਪ੍ਰਧਾਨ ਹੈ, ਵੱਡੇ ਡੇਰੇ ਦੀ, ਉਸ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਾਦਲ ਪਰਿਵਾਰ ਨੇ ਬਣਾਇਆ। ਉਸ ਤੋਂ ਬਾਅਦ ਹਾਮੀ ਜਿਹੜੇ ਹੈਗੇ ਆ ਤੇ ਇਹ ਹਰੀਆਂ ਬੇਲਾਂ ਵਾਲੇ ਦੇ ਨੁਮਾਇੰਦੇ ਹੈਗੇ ਆ। ਹਰੀਆਂ ਬੇਲਾਂ ਵਾਲਾ ਉਹ ਸ਼ਖਸ ਹੈ ਜਿਹੜਾ ਬਲੂ ਸਟਾਰ ਦੇ ਟਾਈਮ ਕਾਰ ਸੇਵਾ ਜਿਹੜੀ ਹੈ ਉਹਦੇ ਵਿੱਚ ਟੱਪ ਲਾਉਂਦਾ ਹੈ। ਸੋ ਇਸ ਤਰੀਕੇ ਦੇ ਬੰਦੇ, ਬਾਕੀ ਜੇ ਆਪਾਂ ਦਿੱਲੀ ਕਮੇਟੀ ਦੇ ਨਾਲ ਜੋੜਦੇ ਹਾਂ ਤੇ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਕਮੇਟੀ ਨੂੰ ਮਤਲਬ ਪੂਰਾ ਭਾਰਤੀ ਜਨਤਾ ਪਾਰਟੀ ਦੇ ਹਵਾਲੇ ਸੁਖਬੀਰ ਬਾਦਲ ਨੇ ਕੀਤੀ ਰੱਖਿਆ ਮਨਜਿੰਦਰ ਸਿੰਘ ਸਰਸਾਂ ਦੇ ਰਾਹੀਂ। ਤੋ ਇਹਨਾਂ ਹਾਲਾਤਾਂ ਦੇ ਵਿੱਚ ਤੇ ਅੱਜ ਉਹ ਕਹਿ ਰਿਹਾ ਜੀ ਪੰਥ ਨੂੰ ਖਤਰਾ ਤਾਂ ਤੁਸੀਂ ਆਪ ਪੈਦਾ ਕੀਤਾ ਹੋਇਆ। ਜੇ ਤੁਹਾਨੂੰ ਪੰਥਕ ਰਹੁ ਰੀਤਾਂ ਦੀ ਸੂਝ-ਬੂਝ ਹੁੰਦੀ ਤੇ ਪੰਥ ਇਸ ਖਤਰੇ ਦੇ ਵਿੱਚ ਜਾਂਦਾ ਹੀ ਨਾ। ਪੰਥ ਨੂੰ ਖਤਰੇ ਦੇ ਵਿੱਚ ਪਾਉਣ ਵਾਲਾ ਹੀ ਇਹ ਟੱਬਰ ਹੈ ਤੇ ਇਹ ਜਦੋਂ ਤੱਕ ਇਹਨਾਂ ਤੋਂ ਮਤਲਬ ਛੁਟਕਾਰਾ ਨਹੀਂ ਮਿਲੇਗਾ ਪੰਥ ਖਤਰੇ ਦੇ ਵਿੱਚ ਹੀ ਰਹੇਗਾ। ਚੋਣ ਮੈਦਾਨ ਜਿਹੜਾ ਕਿ ਲਗਾਤਾਰ ਭਖਦਾ ਜਾ ਰਿਹਾ ਦਿਨੋਂ ਦਿਨ ਤੇ ਇਹਦੇ ਵਿੱਚ ਜਿਹੜੀ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਇਸ ਵਕਤ ਸਾਰੀਆਂ ਪਾਰਟੀਆਂ, ਸਿਆਸੀ ਪਾਰਟੀਆਂ ਜਿਹੜਾ ਕਿ ਸਹਾਰਾ ਲੈ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਆ, ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ 328 ਸਰੂਪ ਗਾਇਬ ਹੋਣ ਦਾ ਵੀ ਮਸਲਾ ਜਿਹੜਾ ਕਿ ਹਜੇ ਜਿਉਂ ਦਾ ਤਿਉਂ ਹੀ ਹੈ। ਤੇ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ ਕਿ ਜਿਹੜੇ 2022 ਦੀਆਂ ਚੋਣਾਂ ਨੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ ਵੋਟਿੰਗ ਕਰਨੀ ਚਾਹੀਦੀ ਹੈ? ਦੇਖੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਗੁੰਮ ਹੋਏ ਉਹਦੀ ਗੱਲ ਕੀਤੀ ਹੈ। ਖਾਲੀ ਇੱਕ ਮਸਲਾ ਨਹੀਂ ਹੈ, ਇੱਕ ਬੜੀ ਲੰਬੀ ਲਿਸਟ ਹੈ ਜਿਹੜੀ ਆਪਾਂ ਡਿਸਕਸ ਕੀਤੀ ਹੈ। ਦਰਬਾਰ ਸਾਹਿਬ ਦੀ ਬੇਅਦਬੀ ਵਾਲਾ ਮਸਲਾ ਜਿਹਦੇ ਵਿੱਚ ਪੁਲਿਸ ਤਫਤੀਸ਼ ਕਰ ਰਹੀ ਸੀ, ਬੰਦਾ ਜਿਹੜਾ ਮਾਰ ਦਿੱਤਾ ਗਿਆ ਉੱਥੇ, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਜਦੋਂ ਪੰਜਾਬ ਸਰਕਾਰ ਨੇ SIT ਬਣਾਤੀ ਕਿ ਅਸੀਂ SIT ਦੀ 48 ਘੰਟੇ ਦੇ ਵਿੱਚ ਰਿਪੋਰਟ ਦੇਵਾਂਗੇ ਤੇ ਤੁਰੰਤ ਉਹਦੇ ਪੈਰਲਲ ਹੀ ਸ਼੍ਰੋਮਣੀ ਕਮੇਟੀ ਨੇ ਕਹਿਤਾ ਅਸੀਂ ਆਪਣੀ SIT ਬਣਾਤੀ ਹੈ। ਮਤਲਬ ਉਹਨਾਂ ਨੇ ਇੱਕ ਉਹਨੂੰ ਪੋਲੀਟੀਕਲ ਟੂਲ ਬਣਾਇਆ ਕਿ ਬਈ ਜੇ ਤੁਸੀਂ ਰਿਪੋਰਟ ਸਾਡੇ ਬੰਦਿਆਂ ਦੇ ਖਿਲਾਫ ਕੁਝ ਦਿੰਦੇ ਹੋ ਤੇ ਸਾਡੀ SIT ਤੁਹਾਡੇ ਬੰਦਿਆਂ ਦੇ ਖਿਲਾਫ ਰਿਪੋਰਟ ਦੇਗੀ। ਇਸ ਕਰਕੇ ਉਸ ਸਰਕਾਰ ਵੀ ਪਿੱਛੇ ਹਟ ਗਈ ਤੇ ਉਹ ਜਿਹੜਾ ਮਸਲਾ ਹੈਗਾ ਉੱਥੇ ਦਾ ਉੱਥੇ ਹੀ ਖਤਮ ਹੋ ਗਿਆ ਤੇ ਉਹ ਦੋਸ਼ੀ ਜਿਹੜਾ ਹੈਗਾ ਉਹਦਾ ਥੋਂ ਪਤਾ ਲੱਗੇਗਾ ਨਹੀਂ ਕਿਉਂਕਿ ਉਹ ਸਾਰੇ ਸਬੂਤ ਜਿਹੜੇ ਨਸ਼ਟ ਕਰ ਦਿੱਤੇ ਗਏ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਤੇ ਇਹ ਕਿੱਧਰ ਲੈ ਕੇ ਸਾਨੂੰ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ। ਮੇਰੀ ਤਾਂ ਬੇਨਤੀ ਪੰਜਾਬ ਦੇ ਲੋਕਾਂ ਨੂੰ ਇਹੀ ਹੈ, ਖਾਸ ਕਰਕੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਪੈਰੋਕਾਰ ਹੈ, ਕਿ ਉਹ ਇਹਨਾਂ ਲੋਕਾਂ ਦੇ ਬਹਿਕਾਵੇ ਦੇ ਵਿੱਚ ਨਾ ਆਉਣ, ਉਹ ਆਪਣੀ ਸੂਝ-ਬੂਝ ਦੇ ਨਾਲ ਵੋਟਿੰਗ ਕਰਨ। ਕਿਸੇ ਬੰਦੇ ਨੂੰ ਇਸ ਕਰਕੇ ਵੋਟ ਨਾ ਦੇਣ ਕਿ ਪੰਥ ਨੂੰ ਖਤਰਾ ਤੇ ਇਹ ਬੰਦਾ ਪੰਥ ਦਾ ਖਤਰਾ ਦੂਰ ਕਰ ਦੇਗਾ। ਪੰਥ ਦਾ ਖਤਰਾ ਕੋਈ ਦੂਰ ਨਹੀਂ ਕਰ ਸਕਦਾ, ਨਾ ਸੁਖਬੀਰ ਬਾਦਲ ਦੂਰ ਕਰ ਸਕਦਾ, ਨਾ ਪ੍ਰਕਾਸ਼ ਸਿੰਘ ਬਾਦਲ ਦੂਰ ਕਰ ਸਕਦਾ, ਨਾ ਚਰਨਜੀਤ ਸਿੰਘ ਚੰਨੀ ਦੂਰ ਕਰ ਸਕਦਾ, ਨਾ ਕੇਜਰੀਵਾਲ ਕਰ ਸਕਦਾ। ਪੰਥ ਦਾ ਖਤਰਾ ਪੰਥ ਨੇ ਆਪੇ ਹੀ ਦੂਰ ਕਰ ਲੈਣਾ। ਪਰ ਪੰਥ ਦੇ ਹਿਤੈਸ਼ੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੁੱਦੇ ਤੋਂ ਉੱਪਰ ਉੱਠ ਕੇ ਤੁਸੀਂ ਵੋਟ ਪਾਣੀ ਹੈ ਤੇ ਉਹ ਆਪਣੇ ਆਪ ਜਿਹੜਾ ਹੈਗਾ ਕਾਰਜ ਜਿਹੜਾ ਹੈਗਾ ਮਹਾਰਾਜ ਸਵਾਰੇਗਾ। ਅੱਛਾ, ਇੱਕ ਆਖਰੀ ਸਵਾਲ ਇਹ ਹੈ, ਕਿਉਂਕਿ ਗੱਲਾਂ ਕਰਦੇ ਕਰਦੇ ਵਿੱਚੋਂ
ਬਹੁਤ ਗੱਲਾਂ ਐਸੀਆਂ ਨਿਕਲ ਆਉਂਦੀਆਂ ਨੇ ਕਿ ਜਿਹੜੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦੀਆਂ ਨੇ। ਜਿਹੜੀ ਆਪਣਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹ ਮੰਦਭਾਗੀ ਘਟਨਾ ਵਾਪਰੀ ਸੀ ਤੇ ਦੋਸ਼ੀ ਨੂੰ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਚਿੱਟ ਕੱਪੜੀਏ ਵਿਅਕਤੀ ਵੀ ਖੜੇ ਕੀਤੇ ਜਾ ਰਹੇ ਨੇ ਜਿਨ੍ਹਾਂ ਕਿ ਪੂਰੀ ਇਸ ਦੇ ਉੱਪਰ ਨਿਗਾਹ ਰੱਖਣਗੇ ਆਉਣ ਜਾਣ ਵਾਲੇ ਤੇ ਦੂਜੇ ਪਾਸੇ ਜਿਹੜੀਆਂ ਸਿਆਸੀ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੂੰ ਤੁਸੀਂ ਸਮਝਦੇ ਹੋ ਕਿ ਇਸ ਟਾਈਮ ਜਿਹੜੀਆਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈ ਰਹੀਆਂ ਨੇ ਕੀ ਉਹ ਸਿਰਫ ਇੱਕ ਆਪਣੇ ਚੋਣ ਅਖਾੜੇ ਨੂੰ ਭਖਾਉਣ ਲਈ ਲੱਗੀਆਂ ਹੋਈਆਂ ਨੇ ਜਾਂ ਕਿ ਉਹ ਵਾਕਈ ਸੁਹਿਰਦ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ? ਦੇਖੋ, ਮੈਂ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਚਿੱਟ ਕੱਪੜੀਏ ਜਿਹੜੇ ਹੈਗੇ ਆ ਬੰਦੇ ਖੜੇ ਕੀਤੇ ਗਏ ਆ, ਸੋ ਇਹ ਮੇਰਾ ਇਹ ਮੰਨਣਾ ਹੈ ਕਿ ਬਈ ਇਹ ਕੋਈ ਨਵੇਂ ਨਹੀਂ ਖੜੇ। ਇਹ ਬਹੁਤ ਲੰਬੇ ਸਮੇਂ ਤੋਂ ਭਾਰਤ ਸਰਕਾਰ ਦੇ ਜਿਹੜੇ ਮੁਲਾਜ਼ਮ ਹੈਗੇ ਆ, ਪੁਲਿਸ ਮਹਿਕਮੇ ਦੇ ਮੁਲਾਜ਼ਮ ਹੈਗੇ ਆ, ਸੈਂਟਰਲ ਏਜੰਸੀਆਂ ਦੇ ਮੁਲਾਜ਼ਮ ਹੈ, ਉਹ ਉਹਨਾਂ ਦੀਆਂ ਉੱਥੇ ਡਿਊਟੀਆਂ ਲੱਗਦੀਆਂ, ਉਹ ਸੰਗਤੀ ਰੂਪ ਦੇ ਵਿੱਚ ਉੱਥੇ ਘੁੰਮਦੇ ਰਹਿੰਦੇ ਆ ਤੇ ਉਹ ਨਿਗਾਹ ਰੱਖਦੇ ਆ। ਸਾਰਾ ਕੁਝ ਮਤਲਬ ਇਹ ਕੋਈ ਨਵਾਂ ਨਹੀਂ ਹੋਣ ਲੱਗਿਆ, ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਇਸ ਨੂੰ ਅਸੀਂ ਰੋਕ ਵੀ ਨਹੀਂ ਸਕਦੇ। ਅਸੀਂ ਕਹਿੰਦੇ ਮੈਂ ਰੋਕ ਲਾਂਗੇ ਕਿ ਬਈ ਕਿਸੇ ਕੋਈ ਉੱਥੇ ਸ਼ਰਧਾਲੂ ਨਾ ਆਵੇ, ਕੋਈ ਯਾਤਰੂ ਨਾ ਆਵੇ, ਉਹਦੇ ਤੇ ਆਪਾਂ ਉਹਦੀ ਘੋਖ ਪੜਤਾਲ ਕਰਨੀ ਬੜੀ ਔਖੀ ਹੈ। ਇਹ ਸਿਲਸਿਲਾ ਜਿਹੜਾ ਚੱਲਦਾ ਰਹੇਗਾ। ਲੇਕਿਨ ਜਦੋਂ ਪ੍ਰਬੰਧਕ ਹੀ ਐਸਾ ਕੰਮ ਉਹਨਾਂ ਦੇ ਨਾਲ ਹੱਥ ਮਿਲਾ ਕੇ ਕਹਿਣ ਕਿ ਉਹ ਬੰਦੇ ਦੀ ਡਿਊਟੀ ਉੱਥੇ ਲਾਓ, ਉਹ ਬੰਦੇ ਦੀ ਉੱਥੇ ਡਿਊਟੀ ਲਾਓ ਤੇ ਉਹਨਾਂ ਦੇ ਬੰਦਿਆਂ ਨੂੰ ਆਪਣੇ ਪੇਰੋਲ ਤੇ ਵੀ ਲੈਣ, ਮੈਨੂੰ ਇਹ ਕਹਿਣ ਦੇ ਵਿੱਚ ਵੀ ਕੋਈ ਗਰੋਜ ਨਹੀਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਡਾਇਰੈਕਟ ਦੋ ਜਗ੍ਹਾ ਤੋਂ ਤਨਖਾਹ ਲੈ ਰਹੇ ਹੈ। ਉਹ ਦਿੱਲੀ ਦਰਬਾਰ ਤੋਂ ਵੀ ਤਨਖਾਹ ਲੈਂਦੇ ਆ, ਸ਼੍ਰੋਮਣੀ ਕਮੇਟੀ ਤੋਂ ਵੀ ਤਨਖਾਹ ਲੈਂਦੇ ਆ, ਭਾਵੇਂ ਉਹ ਸੇਵਾ ਉੱਥੇ ਕਰ ਰਹੇ ਆ। ਐਸੇ ਮੁਲਾਜ਼ਮ ਵੀ ਹੈਗੇ ਜਿਹੜੇ ਪੰਜਾਬ ਸਰਕਾਰ ਦੀ ਪੁਲਿਸ ਮਹਿਕਮੇ ਕੋਲੋਂ ਵੀ ਤਨਖਾਹ ਲੈਂਦੇ ਆ, ਏਜੰਸੀਆਂ ਤੋਂ ਤਨਖਾਹਾਂ ਲੈਂਦੇ ਆ ਤੇ ਸ਼੍ਰੋਮਣੀ ਕਮੇਟੀ ਤੋਂ ਵੀ ਤਨਖਾਹਾਂ ਲੈਂਦੇ ਆ। ਸੋ ਉਹ ਦੋਨੋਂ ਜਗ੍ਹਾ ਲਈ ਕੰਮ ਕਰਦੇ ਆ। ਇਹੋ ਜਿਹੇ ਬੰਦੇ ਬਹੁਤ ਹੈ, ਇਹਨਾਂ ਦੀ ਘੋਖ ਕਰਨੀ ਬਣਦੀ ਹੈ ਤੇ ਜਦੋਂ ਤੱਕ ਉੱਥੇ ਬਾਦਲ ਪਰਿਵਾਰ ਦਾ ਕਬਜ਼ਾ, ਇਹ ਘੋਖ ਬੜੀ ਔਖੀ ਹੈ ਇਹਦੀ ਕਰਨੀ ਤੇ ਇਹ ਇਦਾਂ ਹੀ ਚੱਲਦਾ ਰਹੇਗਾ। ਸੋ ਬਹੁਤ ਬਹੁਤ ਧੰਨਵਾਦ ਅਮਰਿੰਦਰ ਸਿੰਘ ਜੀ। ਇਹ ਸਨ ਚੰਡੀਗੜ੍ਹ ਤੋਂ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਅਮਰਿੰਦਰ ਸਿੰਘ ਜੀ, ਜਿਹੜਾ ਨੇ ਆਪਣੀਆਂ ਗੱਲਾਂ ਨੂੰ ਬੜਾ ਸਪਸ਼ਟ ਕੀਤਾ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਕਾਬਜ ਰਹੇਗਾ ਸੱਤਾ ਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਉਹਦੇ ਹੱਥ ਰਹੇਗਾ, ਉਦੋਂ ਤੱਕ ਕੋਈ ਵੀ ਮਸਲਾ ਇੱਥੇ ਹੱਲ ਨਹੀਂ ਕੀਤਾ ਜਾ ਸਕਦਾ। ਸੋ ਬਾਕੀ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਰਹੀਆਂ, ਸਿਰਫ ਸਹਾਰਾ ਲੈ ਕੇ ਜਿਹੜੀਆਂ ਕਿ ਚੋਣਾਂ ਜਿੱਤਣ ਦੀ ਗੱਲ ਕਰ ਰਹੀਆਂ ਨੇ। ਸੋ ਉਹਦੇ ਵਿੱਚ ਪੰਜਾਬੀਆਂ ਨੂੰ ਇਹ ਗੱਲ ਸੋਚਣੀ ਤੇ ਸਮਝਣੀ ਪਵੇਗੀ ਕਿ ਉਹਨਾਂ ਨੇ ਵੋਟ ਕਿਸ ਨੂੰ ਪਾਉਣੀ ਹੈ ਤੇ ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ ਹੈ। ਸੋ ਜੁੜੇ ਰਹੋ ਬੀ ਮੀਡੀਆ 24 ਦੇ ਨਾਲ। ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ।